ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਿਸ਼ਾ ਹੈ ਨਵੇਂ ਸੰਤੁਲਨ। ਦੋ ਬੇੜੀਆਂ 'ਚ ਪੈਰ ਰੱਖਣ ਵਾਲੀ ਗੱਲ ਹੁਣ ਪੁਰਾਣੀ ਹੋ ਗਈ ਹੈ। ਹੁਣ ਇੱਕੋ ਵੇਲੇ ਕਈ ਬੇੜੀਆਂ 'ਚ ਪੈਰ ਰੱਖਣ ਦੀ ਮਜਬੂਰੀ ਉਪਜ ਪਈ ਹੈ। ਅਜੋਕੇ ਸੰਸਾਰ 'ਚ ਨਾ ਕੁਝ ਸਥਿਰ ਹੈ, ਨਾ ਹੀ ਸਦੀਵੀ। ਅਜੋਕਾ ਜੀਵਨ ਤੇਜ਼ ਗਤੀ ਨਾਲ ਬਦਲਦੀਆਂ ਸਥਿਤੀਆਂ ਦਾ ਇੱਕ ਨਿਰੰਤਰ ਪ੍ਰਵਾਹ ਹੈ, ਜਿਸ ਵਿੱਚ ਸੰਤੁਲਨ ਉਸਾਰਨ ਲਈ ਸੈਂਕੜੇ ਜੋੜ ਤੋੜ ਕਾਰਜਸ਼ੀਲ ਹੁੰਦੇ ਹਨ। ਮੁਸ਼ਕਿਲ ਤੇ ਪਰੇਸ਼ਾਨੀ ਉਦੋਂ ਹੁੰਦੀ ਹੈ ਜਦੋਂ ਅਸੀਂ ਕਿਸੇ ਇੱਕ ਸੁਖਾਵੀਂ ਸਥਿਤੀ ਨੂੰ ਸਦੀਵੀ ਬਣਾਉਣ ਦਾ ਯਤਨ ਕਰਦੇ ਹਾਂ ਤੇ ਅਸਫਲ ਹੁੰਦੇ ਹਾਂ। ਅਜੋਕੇ ਸਮਿਆਂ 'ਚ ਜਿੰਨੀਆਂ ਕਿਸੇ ਮਨੁੱਖ ਦੀਆਂ ਦਿਲਚਸਪੀਆਂ ਵਧੇਰੇ ਹੁੰਦੀਆਂ ਹਨ, ਓਨਾ ਹੀ ਉਸ ਮਨੁੱਖ ਦਾ ਗਿਆਨ ਤੇ ਅਨੁਭਵ ਵਧੇਰੇ ਹੁੰਦਾ ਹੈ ਤੇ ਓਨੀਆਂ ਹੀ ਵਧੇਰੇ ਪੱਧਰਾਂ 'ਤੇ ਜਿਉਂਦਾ ਹੈ। ਅਜਿਹੇ ਵਿਅਕਤੀ ਭਾਵੇਂ ਆਪਣੇ ਹਰ ਯਤਨ 'ਚ ਸਫਲ ਨਾ ਹੋਣ, ਪਰ ਉਹਨਾਂ 'ਚ ਰੁੱਝੇ ਰਹਿਣ, ਪ੍ਰਯੋਗ ਕਰਨ, ਨਵੀਆਂ ਤਕਨੀਕਾਂ ਵਰਤਣ ਤੇ ਨਵੇਂ ਸੰਤੁਲਨ ਉਸਾਰਨ ਦਾ ਗੁਣ ਹੁੰਦਾ ਹੈ। ਜ਼ਿੰਦਗੀ 'ਚ ਜੋ ਕੁਝ ਵੀ ਅਸੀਂ ਅੱਜ ਹਾਂ, ਉਹ ਵੀ ਅਨੇਕਾਂ ਫੈਸਲਿਆਂ, ਯਤਨਾਂ, ਸੋਚਾਂ, ਉਪਰਾਲਿਆਂ, ਵਿਉਂਤਾਂ, ਸੰਬੰਧਾਂ ਦਾ ਸਿੱਟਾ ਹੈ। ਇਹ ਸਾਰੇ ਪੱਖ ਰਲ ਕੇ ਇੱਕ ਸਮੁੱਚੇ ਸੰਤੁਲਨ 'ਚ ਬੱਝੇ ਹੋਏ ਹਨ। ਜਦੋਂ ਹਵਾਈ ਜਹਾਜ਼ ਉੱਡਦਾ ਹੈ ਤਾਂ ਉਹ ਬਾਹਰਲੇ ਪ੍ਰਭਾਵਾਂ ਤੇ ਅੰਦਰਲੇ ਦਬਾਵਾਂ ਕਾਰਨ ਇੱਧਰ ਉੱਧਰ ਹੁੰਦਾ ਰਹਿੰਦਾ ਹੈ ਤੇ ਪਾਇਲਟ ਬਾਰ-ਬਾਰ ਉਹਨੂੰ ਸਹੀ ਮਾਰਗ 'ਤੇ ਲਿਆਉਂਦਾ ਰਹਿੰਦਾ ਹੈ। ਸਹੀ ਮਾਰਗ 'ਤੇ ਇਹ ਕੁਝ ਪਲ ਹੀ ਰਹਿੰਦਾ ਹੈ ਤੇ ਫਿਰ ਭਟਕਣ ਦਾ ਯਤਨ ਕਰਦਾ ਹੈ, ਪਰੰਤੂ ਪਾਇਲਟ ਇਹਦੇ ਵਿਗੜੇ ਸੰਤੁਲਨ ਨੂੰ ਮੁੜ-ਮੁੜ ਬਹਾਲ ਕਰਕੇ ਨਵੇਂ ਸੰਤੁਲਨ ਸਥਾਪਿਤ ਕਰਕੇ ਜਹਾਜ਼ ਨੂੰ ਮੰਜ਼ਿਲ 'ਤੇ ਪਹੁੰਚਾਉਂਦਾ ਹੈ। ਜੀਵਨ ਨਾਲ ਵੀ ਐਵੇਂ ਹੀ ਵਾਪਰਦਾ ਹੈ। ਸੰਤੁਲਨ ਇੱਕ ਜਟਿਲ ਵਿਸ਼ਾ ਹੈ, ਪਰ ਇਹ ਅਜੋਕੇ ਜੀਵਨ ਦਾ ਮਹੱਤਵਪੂਰਨ ਪੱਖ ਹੈ, ਜਿਹਦੀ ਸਮਝ ਤੋਂ ਬਿਨਾਂ ਅਰਥਪੂਰਨ ਜੀਵਨ ਜਿਉਣਾ ਸੰਭਵ ਨਹੀਂ ਹੈ। ਹਰੇਕ ਵਿਅਕਤੀ ਆਪਣੇ ਆਪ 'ਚ ਇੱਕ ਵੱਖਰਾ ਸੰਸਾਰ ਹੈ ਤੇ ਹਰੇਕ ਵਿਅਕਤੀ ਕਈ ਪੱਧਰਾਂ ਤੇ ਹੋਰਾਂ ਨਾਲ ਤੇ ਆਲੇ ਦੁਆਲੇ ਨਾਲ ਸੰਬੰਧਿਤ ਹੁੰਦਾ ਹੈ, ਜਿਸ ਕਾਰਨ ਉਹ ਨਵੇਂ ਸੰਤੁਲਨ ਉਸਾਰਦਾ ਰਹਿੰਦਾ ਹੈ। ਜੇ ਕਮਾਉਣ ਤੋਂ ਬਿਨਾਂ ਖਰਚ ਕੀਤਾ ਜਾਏ, ਜੇ ਕੰਮ ਕਰਨ ਤੋਂ ਬਿਨਾਂ ਆਰਾਮ ਕੀਤਾ ਜਾਏ, ਜੇ ਮੰਜ਼ਿਲ ਤੋਂ ਬਿਨਾਂ ਯਾਤਰਾ ਕੀਤੀ ਜਾਏ, ਜੇ ਨਿਯਮਾਂ ਤੋਂ ਬਿਨਾਂ ਕੋਈ ਖੇਡ ਖੇਡੀ ਜਾਏ, ਤਾਂ ਧਿਆਨ, ਪੈਸਾ, ਵਕਤ ਤੇ ਊਰਜਾ ਅਜਾਈਂ ਚਲੇ ਜਾਣਗੇ, ਜਿਸ ਕਾਰਨ ਸਾਡੇ ਜੀਵਨ ਦਾ ਸੰਤੁਲਨ ਵਿਗੜੇਗਾ ਤੇ ਜੀਵਨ ਉਲਾਰ ਹੋਏਗਾ, ਸਿਹਤ ਖਰਾਬ ਹੋਏਗੀ, ਅਸੀਂ ਪਛੜ ਜਾਵਾਂਗੇ, ਪਛਤਾਵਾ ਉਪਜੇਗਾ। ਭਾਵੇਂ ਜ਼ਿੰਦਗੀ ਸਾਨੂੰ ਕਿਸੇ ਨਾ ਕਿਸੇ ਸੰਤੁਲਨ ਵੱਲ ਮੋੜ ਲਿਆਏਗੀ, ਪਰ ਤਾਲਮੇਲ ਵਿਗੜਨ ਕਾਰਨ ਨਵੇਂ ਸੰਤੁਲਨ ਦੀ ਪੱਧਰ ਨੀਵੀਂ ਹੋਏਗੀ, ਜਿਸ ਕਾਰਨ ਜ਼ਿੰਦਗੀ ਦੀ ਤਸੱਲੀ ਘਟੇਗੀ। ਜੇ ਪਤਾ ਹੀ ਨਹੀਂ ਕਿੱਥੇ ਜਾਣਾ ਹੈ, ਤਾਂ ਕਿਵੇਂ ਪਤਾ ਲੱਗੇਗਾ ਕਿ ਉੱਥੇ ਪਹੁੰਚ ਗਏ ਹਾਂ। ਜਦੋਂ ਵੀ ਸੰਤੁਲਨ ਵਿਗੜੇਗਾ, ਅਚੇਤ ਮਨ ਦੱਸੇਗਾ, ਆਤਮਾ ਸਾਵਧਾਨ ਕਰੇਗੀ, ਪਰ ਮੰਨਣਾ ਨਾ ਮੰਨਣਾ ਮਨੁੱਖ ਦੀ ਮਰਜ਼ੀ ਹੁੰਦੀ ਹੈ। ਰੋਜ਼ਗਾਰ, ਪਰਿਵਾਰ, ਆਮਦਨ, ਖਰਚ, ਖੁਰਾਕ, ਸਿਹਤ, ਕੰਮ, ਮਨੋਰੰਜਨ, ਵਪਾਰ, ਮੁਨਾਫਾ ਆਦਿ ਵੱਖ-ਵੱਖ ਅਜਿਹੇ ਸੰਤੁਲਨੀ ਜੁੱਟ ਹਨ, ਜਿਹੜੇ ਸਾਡੇ ਜੀਵਨ 'ਚ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਜਦੋਂ ਤੱਕ ਮਨੁੱਖ ਆਪਣੇ ਆਲੇ ਦੁਆਲੇ ਤੇ ਹੋਰਾਂ ਨਾਲ ਆਪਣੇ ਸਬੰਧਾਂ ਬਾਰੇ ਸੋਚਦਾ ਨਹੀਂ, ਉਹ ਆਪਣੇ ਆਪ ਤੇ ਆਲੇ ਦੁਆਲੇ ਨੂੰ ਬਦਲ ਨਹੀਂ ਸਕਦਾ ਤੇ ਜਿਉਣ ਦੀ ਤਸੱਲੀ ਮਾਣ ਨਹੀਂ ਸਕਦਾ। ਮਨੁੱਖ ਦਾ ਪਸ਼ੂਆਂ ਨਾਲੋਂ ਮੁੱਖ ਵਖਰੇਵਾਂ ਹੀ ਇਹ ਹੈ ਕਿ ਕੇਵਲ ਮਨੁੱਖ ਵਿੱਚ ਆਪਣੀ ਤੇ ਆਪਣੇ ਆਲੇ ਦੁਆਲੇ ਦੀ ਸਥਿਤੀ ਨੂੰ ਸਮਝਣ ਤੇ ਬਦਲਣ ਦੀ ਸਮਰੱਥਾ ਹੈ। ਜੋ ਹੁੰਦਾ ਹੈ, ਹੋ ਰਿਹਾ, ਮਨੁੱਖ ਉਸ ਨਾਲ ਸੰਤੁਸ਼ਟ ਨਹੀਂ ਹੁੰਦਾ। ਉਹ ਜੋ ਹੋਣਾ ਚਾਹੀਦਾ ਉਸ 'ਤੇ ਆਪਣੇ ਧਿਆਨ ਕੇਂਦਰਿਤ ਕਰਦਾ ਹੈ। ਇਸ ਬਦਲਾਅ ਨੂੰ ਸੰਭਵ ਤੇ ਸੁਖਾਲਾ ਬਣਾਉਣ ਲਈ ਵਿਗਿਆਨ ਸਿਰਜਿਆ ਗਿਆ ਹੈ। ਵਿਗਿਆਨ ਸਮੁੱਚੀ ਮਾਨਵ ਜਾਤੀ ਦੇ ਸਾਂਝੇ ਯਤਨਾਂ ਦਾ ਸਿੱਟਾ ਹੈ। ਇਹੀ ਕਾਰਨ ਹੈ ਕਿ ਵਿਗਿਆਨ ਕਿਸੇ ਦੀ ਮਲਕੀਅਤ ਨਹੀਂ, ਇਹ ਔਖ ਦੀ ਥਾਂ ਸੌਖ, ਪਰੰਪਰਾ ਦੀ ਥਾਂ ਨਵੀਨਤਾ ਸਥਾਪਿਤ ਕਰਨ ਦਾ ਸੰਦ ਹੈ। ਹਰ ਕਲਾਕਾਰ ਮੁੱਢ 'ਚ ਪਰੰਪਰਾ ਨੂੰ ਪਾਲਦਾ ਤੇ ਪਰੰਪਰਾ ਵਿੱਚ ਕਾਰਜਸ਼ੀਲ ਸੰਤੁਲਨਾਂ ਨੂੰ ਸਮਝਦਾ ਹੈ। ਇਸ ਸਮਝ ਤੇ ਆਪਣੀ ਨਵੀਂ ਸੋਚ ਨਾਲ ਉਹ ਉਚੇਰੇ, ਚੰਗੇਰੇ, ਵਧੇਰੇ ਪ੍ਰਭਾਵਸ਼ਾਲੀ ਸੰਤੁਲਨ ਸਥਾਪਿਤ ਕਰਕੇ ਕਲਾ ਦੇ ਖੇਤਰ 'ਚ ਆਪਣੀ ਪਛਾਣ ਉਸਾਰਦਾ ਹੈ। ਕਈਆਂ ਨਾਲ ਅਸੀਂ ਸੰਬੰਧਿਤ ਹੁੰਦੇ ਹਾਂ, ਕਈ ਸਾਡੇ 'ਤੇ ਨਿਰਭਰ ਹੁੰਦੇ ਹਨ। ਇਹ ਸਾਰੇ ਰਲ ਕੇ ਸਾਡਾ ਜੀਵਨ ਦ੍ਰਿਸ਼ਟੀਕੋਣ ਸਿਰਜਦੇ ਹਨ, ਜਿਸ ਨਾਲ ਅਸੀਂ ਸੰਸਾਰ ਨਾਲ ਇੱਕ ਨਿਵੇਕਲਾ ਸੰਤੁਲਨ ਉਸਾਰਦੇ ਹਾਂ। ਜੀਵਨ ਵਿੱਚ ਸੰਤੁਲਨ ਦੀ ਲੋੜ ਕਿਉਂ ਹੁੰਦੀ ਹੈ? ਸੰਤੁਲਨ ਦੀ ਲੋੜ ਇਸ ਲਈ ਹੁੰਦੀ ਹੈ ਕਿਉਂਕਿ ਇਹ ਸਾਡੀ ਮੈਂ ਦੀ ਪਛਾਣ ਤੇ ਸਾਡੇ ਸਮੁੱਚੇ ਵਿਕਾਸ ਦਾ ਆਧਾਰ ਬਣਦਾ ਹੈ। ਇਸ ਬਿਨਾਂ ਕੋਈ ਸਮੱਸਿਆ ਜਾਂ ਮੁਸ਼ਕਿਲ ਹੱਲ ਨਹੀਂ ਹੁੰਦੀ।
ਕੋਈ ਸੰਤੁਲਿਤ ਵਿਕਾਸ ਨਹੀਂ ਵਾਪਰਦਾ। ਉਦਾਹਰਣ ਵਜੋਂ, ਹੁਣ ਮੋਟਾ, ਅਨਪੜ੍ਹ ਜਾਂ ਬੇਰੁਜ਼ਗਾਰ ਵਿਅਕਤੀ ਸਿਹਤ, ਸੋਚ ਤੇ ਸਰਮਾਏ ਦੇ ਪੱਖੋਂ ਸੰਤੁਲਨ ਦੀ ਘਾਟ ਕਾਰਨ ਅਰਥਪੂਰਨ ਜੀਵਨ ਨਹੀਂ ਜੀ ਸਕਦਾ। ਮਨੁੱਖ ਤੇ ਕੁਦਰਤ ਵਿਚਕਾਰ ਵਿਗੜੇ ਸੰਤੁਲਨ ਕਾਰਨ ਹੀ ਹੁਣ ਮੀਂਹ ਨਹੀਂ ਪੈਂਦੇ, ਹੜ੍ਹ ਹੀ ਆਉਂਦੇ ਹਨ। ਮਨੁੱਖ ਕੁਦਰਤ ਵਿਰੁੱਧ ਹੀ ਨਹੀਂ ਜਾ ਰਿਹਾ, ਉਹ ਨਵੀਆਂ ਮੁਸੀਬਤਾਂ ਵੀ ਸਿਰਜ ਰਿਹਾ ਹੈ। ਮਨੁੱਖ ਨੈਤਿਕ ਰਾਹ ਭੁੱਲ ਗਿਆ, ਜਿਸ ਕਾਰਨ ਹਿੰਸਾ, ਤਲਾਕ, ਧੋਖਾ, ਬੇਈਮਾਨੀ, ਭ੍ਰਿਸ਼ਟਾਚਾਰ ਵੱਧ ਰਹੇ ਹਨ। ਜੇ ਪਤੀ ਪਤਨੀ ਵਿੱਚ ਸੁਖਾਵਾਂ ਸੰਤੁਲਨ ਨਾ ਹੋਵੇ ਤਾਂ ਬੱਚੇ ਨਹੀਂ ਪਲਦੇ, ਘਰ ਨਹੀਂ ਵਸਦਾ, ਪਰਿਵਾਰ ਨਹੀਂ ਚੱਲਦਾ। ਸੰਤੁਲਨ ਇਸ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਪ੍ਰਕਿਰਤੀ ਦੀ ਸੁਭਾਵਕ ਸਥਿਤੀ ਹੈ ਤੇ ਅਸੀਂ ਪ੍ਰਾਕਿਰਤਿਕ ਸੰਤੁਲਨ ਦਾ ਭਾਗ ਹਾਂ। ਅਜੋਕੀ ਜੀਵਨ ਜਾਚ ਵਿੱਚ ਸੰਤੁਲਨ ਦੀ ਘਾਟ ਕਾਰਨ ਦਬਾਓ, ਤਣਾਓ, ਤੌਖਲੇ, ਡਰ, ਝਗੜੇ, ਮੁਕੱਦਮੇ ਆਦਿ ਵੱਧ ਰਹੇ ਹਨ। ਅਸੀਂ ਸਰੀਰਕ ਰੋਗਾਂ ਦੇ ਇਲਾਜ ਲੱਭ ਰਹੇ ਹਾਂ, ਪਰ ਨਵੀਆਂ ਗੰਭੀਰ ਭਾਵੁਕ ਤੇ ਮਾਨਸਿਕ ਸਮੱਸਿਆਵਾਂ ਉੱਭਰ ਰਹੀਆਂ ਹਨ। ਹੁਣ ਸਾਨੂੰ ਸ਼ੇਰ ਦਾ ਡਰ ਨਹੀਂ, ਪਰ ਕਈ ਨਵੇਂ ਸਹਿਮ ਤੇ ਡਰ ਉਪਜ ਪਏ ਹਨ। ਹਰ ਖੇਤਰ ਵਿੱਚ ਸਥਿਤੀ ਚਿੰਤਾਜਨਕ ਹੈ। ਸਿੱਖਿਆ ਆਮ ਹੋ ਗਈ ਹੈ, ਪਰ ਸਿਲੇਬਸ, ਖਰਚੇ ਤੇ ਦਾਖਲੇ ਮੁਸ਼ਕਿਲ ਹੋ ਗਏ ਹਨ। ਉਮਰਾਂ ਵੱਧ ਗਈਆਂ ਹਨ, ਪਰ ਜ਼ਿੰਦਗੀ ਦੀ ਤਸੱਲੀ ਘਟ ਗਈ ਹੈ। ਸਾਡਾ ਹੀ ਨਹੀਂ, ਸਾਡੇ ਸੰਸਾਰ ਦਾ ਵੀ ਸੰਤੁਲਨ ਵਿਗੜਿਆ ਹੋਇਆ ਹੈ। ਸੰਤੁਲਨ ਬਾਰੇ ਇਹ ਸਮਝਣਾ ਜ਼ਰੂਰੀ ਹੈ ਕਿ ਅਡੋਲ, ਸਥਿਰ, ਸ਼ਾਂਤ ਅਵਸਥਾ ਨਹੀਂ ਹੁੰਦੀ। ਹਰ ਪਲ ਸਭ ਕੁਝ ਬਦਲ ਰਿਹਾ ਹੈ। ਅਸੀਂ ਨਹੀਂ ਜਾਣ ਸਕਦੇ ਕਿ 1 ਘੰਟੇ ਮਗਰੋਂ ਅਸੀਂ ਕੀ ਸੋਚ ਰਹੇ ਹੋਵਾਂਗੇ। ਸੰਤੁਲਨ ਨਿਰਵਾਣ ਦੀ ਅਵਸਥਾ ਵੀ ਨਹੀਂ ਹੈ। ਹੁਣ ਸੰਨਿਆਸ ਵਿੱਚ ਵੀ ਸੁੱਖ ਨਹੀਂ ਹੈ। ਸੰਪੂਰਨ ਸੰਤੁਲਨ ਇੱਕ ਸੁਪਨਾ ਹੈ। ਅਸੀਂ ਸੰਤੁਲਨ ਉਸਾਰਨ ਦਾ ਉਪਰਾਲਾ ਹੀ ਕਰ ਸਕਦੇ ਹਾਂ, ਪਰ ਇਹ ਉਪਰਾਲਾ ਕਰਨਾ ਬੜਾ ਜ਼ਰੂਰੀ ਹੋ ਗਿਆ ਹੈ। ਜ਼ਮੀਨ ਦੇ ਉੱਪਰ ਕੱਖ ਨਹੀਂ ਹੁੰਦੇ ਹਨ, ਹੀਰੇ ਮੋਤੀਆਂ ਲਈ ਡੂੰਘੇ ਜਾਣਾ ਪਏਗਾ। ਸੰਤੁਲਨ ਤੇ ਤਾਲਮੇਲ 'ਚ ਅੰਤਰ ਹੈ। ਅਮਰੀਕਾ ਕੈਨੇਡਾ 'ਚ ਤਾਲਮੇਲ ਹੈ। ਅਮਰੀਕਾ ਰੂਸ ਵਿਚਕਾਰ ਸ਼ਕਤੀ ਦਾ ਸੰਤੁਲਨ ਹੈ। ਭਾਰਤ ਪਾਕਿਸਤਾਨ ਵਿਚਕਾਰ ਨਾ ਤਾਲਮੇਲ ਹੈ, ਨਾ ਹੀ ਸੰਤੁਲਨ ਹੈ। ਜੇ ਬਾਹਰਲੇ ਸਬੰਧਾਂ ਵਿੱਚ ਸੰਤੁਲਨ ਹੋਵੇ ਤਾਂ ਹੀ ਪਰਿਵਾਰਕ ਸਬੰਧਾਂ 'ਚ ਤਾਲਮੇਲ ਹੋਏਗਾ। ਕੰਮ ਤੇ ਜੀਵਨ ਵਿੱਚ ਤਾਲਮੇਲ ਤੇ ਸੰਤੁਲਨ ਦੋਹਾਂ ਦੀ ਲੋੜ ਹੁੰਦੀ ਹੈ। ਕੋਈ ਵੀ ਸੰਤੁਲਨ ਆਪੇ ਨਹੀਂ ਉਸਰਦਾ, ਇਸ ਲਈ ਭਰਪੂਰ ਤੇ ਨਿਰੰਤਰ ਯਤਨ ਕਰਨਾ ਪੈਂਦਾ ਹੈ। ਇਹਨਾਂ ਯਤਨਾਂ ਤੇ ਉਪਰਾਲਿਆਂ ਨਾਲ ਹੀ ਸਾਡੇ ਜੀਵਨ ਦੀ ਰੂਪ ਰੇਖਾ ਨਿਰਧਾਰਿਤ ਹੁੰਦੀ ਹੈ। ਧਿਆਨ, ਨੀਅਤ, ਉਤਸ਼ਾਹ, ਕੁਰਬਾਨੀ, ਵਸੀਲੇ, ਸਮਾਂ, ਮਿਹਨਤ, ਚਰਿੱਤਰ ਆਦਿ ਰਲ ਕੇ ਨਿਰਧਾਰਿਤ ਕਰਦੇ ਹਨ ਕਿ ਅਸੀਂ ਕੀ ਹਾਂ। ਮੇਰਾ ਸੰਤੁਲਨ ਤੁਹਾਡਾ ਸੰਤੁਲਨ ਨਹੀਂ ਹੋ ਸਕਦਾ। ਹਰੇਕ ਨੂੰ ਆਪਣਾ ਸੰਤੁਲਨ ਆਪ ਉਸਾਰਨਾ ਪੈਂਦਾ ਹੈ, ਕਿਉਂਕਿ ਹਰੇਕ ਦੇ ਉਦੇਸ਼, ਤਰਜੀਹਾਂ, ਕਾਰਜ, ਵਸੀਲੇ ਆਦਿ ਵੱਖਰੇ ਹਨ। ਜੇ ਹੋਰਾਂ ਨਾਲੋਂ ਆਪਣਾ ਵਿਖਰੇਵਾਂ ਜਾਣਨਾ ਚਾਹੁੰਦੇ ਹੋ ਤਾਂ ਦੱਸੋ ਹੁਣ ਤੁਹਾਡੇ ਲਈ ਕੀ ਮਹੱਤਵਪੂਰਨ ਹੈ। 5 ਸਾਲ ਪਹਿਲਾਂ ਕੀ ਮਹੱਤਵਪੂਰਨ ਸੀ, 5 ਸਾਲ ਮਗਰੋਂ ਕੀ ਮਹੱਤਵਪੂਰਨ ਹੋਏਗਾ। ਹਰ ਕੋਈ ਵੱਖਰਾ ਜਵਾਬ ਦੇਵੇਗਾ। ਸਾਡਾ ਸਾਰਿਆਂ ਦਾ ਵਿਰਸਾ ਤੇ ਵਰਤਮਾਨ ਵੱਖਰਾ ਹੈ। ਸੁਖਾਵਾਂ ਸੰਤੁਲਨ ਉਸਾਰਨ ਲਈ ਆਪਣਾ ਮਹੱਤਵ ਪਛਾਣਨ, ਆਪਣੀਆਂ ਸ਼ਕਤੀਆਂ ਕਮਜ਼ੋਰੀਆਂ ਦਾ ਲੇਖਾ ਜੋਖਾ ਕਰਨ, ਆਪਣਾ ਉਦੇਸ਼ ਉਸਾਰ ਕੇ ਤੇ ਆਪਣੀ ਚੁਸਤੀ ਫੁਰਤੀ ਅਨੁਸਾਰ ਅਗਲੇਰਾ ਜੀਵਨ ਵਿਉਂਤਣ ਦੀ ਲੋੜ ਪਏਗੀ। ਅਸੰਤੁਲਨ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਜਿਉਂਦੇ, ਸਗੋਂ ਦਖਲ ਦੇ ਕੇ ਦੂਜੇ ਹੀ ਸਾਨੂੰ ਚਲਾਈ ਜਾਂਦੇ ਹੈ। ਅਸੀਂ ਉਹਨਾਂ ਦੀ ਨਾਰਾਜ਼ਗੀ ਤੋਂ ਹੀ ਡਰਦੇ ਰਹਿੰਦੇ ਹਾਂ। ਇਹੀ ਮਾਨਸਿਕ ਅਸੰਤੁਲਨ ਦੇ ਲੱਛਣ ਹਨ। ਧੰਨਵਾਦ। ਚੱਲਦਾ।